जुगो जुग अटल दसों पातशाह की आत्मक स्वरूप जागदी जोत जहारा जहूर सर्व कला भरपूर खंडा ब्रह्मंडा दे मालक हलत पलत के राखे धन धन सतगुरु साहिब श्री गुरु ग्रंथ साहिब महाराज सच्चे पातशाह जी उन्हां दी पवित्र हजूरी दे अंदर अमृत वेले दे सजे दीवाना दे अंदर उस परमात्मा अकाल पुरख वाहिगुरु परमेश्वर जी की अगमी बाणी सरवण कर रही गुरु की वडियाई हुई गुरु रूप साध संगत जी अज अमृत वेले गुरुदेव सच्चे पातशाह धन साहिब श्री गुरु ग्रंथ साहिब महाराज सच्चे पातशाह जी ने रहमत के घर दे विच आके जो हुक्मनामा साहिब की दात साडी झोली दे विच पाई है उन्हां बचनां दी संखेप विचार समय की सीमा दे विच रह के उस दे नाल नाल अज जो विशेष गुरपुरब धन धन सतगुरु साहिब श्री गुरु ग्रंथ साहिब महाराज सच्चे पातशाह जी ताज पोसी दिवस गोरता गद्दी दिवस है उस दे संबंध दे विच भी कुछ विचारां दी साझ आप संगतां दे नाल पा सकां। गुरुदेव सच्चे पातशाह अपनी दया करके अपनी मेहरामत करके अपने चरण कमलों की सेवा लैन गुरु की संगत की असीस होए आप सारिया संगतां असीस बख्शदियां होइयां गुरुदेव के पवित्र चरणों दे विच अपना शीश निवा के प्यार सहित बोलो सतनाम श्री वाहिगुरू। साहिब श्री गुरु ग्रंथ साहिब महाराज सच्चे पातशाह दा गुरता गद्दी दिवस जो दशमेश पिता धन धन सतगुरु साहिब श्री गुरु गोबिंद सिंह जी महाराज जी ने नांदेड़ साहिब की धरती ते हजूर साहब की धरती ते महाराज सच्चे पातशाह जी ने शब्द गुरु दे लड़ ला के इस जगत जलंदे नूं ठारन दे वास्ते महाराज सच्चे पातशाह ने अपार मेहरामत की है। साहिब श्री गुरु नानक देव महाराज सच्चे पातशाह जी तो लैके दशमेश पिता धन श्री गुरु गोबिंद सिंह महाराज सच्चे पातशाह जी तक समूचा संसार उन्हां दे प्रकाश पुरब भी मनाउंदा है गुरियाई दिवस भी मनाउंदा है अते उस दे नाल नाल ज्योति जोत दिवस भी मनाउंदा है। पर धन धन सतगुरु साहिब श्री गुरु ग्रंथ साहिब महाराज सच्चे पातशाह जी दा जिन्हां नूं आपां जुगो जुग अटल कहंदे आ कदे भी ज्योति जोत दिवस नहीं मनाया जाएगा ना मनाया गया ना ही मनाया जाएगा। तीन गुरपुरब सतगुरु साहिब श्री गुरु ग्रंथ साहिब महाराज सच्चे पातशाह दे समूचा संसार मनाउंदा है जिस दे अंदर पहला प्रकाश दिवस जिस वेले गुरु अर्जन देव महाराज सच्चे पातशाह जी ने इस जगत जलंदे नूं ठारन दे वास्ते
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰਚਨਾ ਕੀਤੀ, ਬਾਣੀ ਇਕੱਤਰ ਕੀਤੀ, ਵੱਡੇ ਗੁਰੂ ਸਾਹਿਬਾਨਾਂ ਦੀ ਬਾਣੀ ਇਕੱਤਰ ਕੀਤੀ, ਭਗਤ ਸਾਹਿਬਾਨਾਂ ਦੀ ਬਾਣੀ ਇਕੱਤਰ ਕੀਤੀ, ਪੱਟ ਸਾਹਿਬਾਨਾਂ ਦੀ ਬਾਣੀ ਇਕੱਤਰ ਕੀਤੀ, ਗੁਰਸਿੱਖਾਂ ਦੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਦਰਜ ਕੀਤੀ। ਉਸ ਵੇਲੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ 1604 ਈਸਵੀ ਦੇ ਅੰਦਰ ਜਦੋਂ ਪਹਿਲਾ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਹਿੰਦੇ, ਉਸ ਨੂੰ ਪਹਿਲਾ ਪ੍ਰਕਾਸ਼ ਪੁਰਬ ਕਹਿੰਦੇ ਆਪਾਂ ਸਾਰੇ। ਦੂਜਾ ਸੰਪੂਰਨਤਾ ਦਿਵਸ, ਜਿਸ ਵੇਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਗੁਰਦੇਵ ਸੱਚੇ ਪਾਤਸ਼ਾਹ ਪਵਿੱਤਰ ਸਰੂਪ ਦੀ ਰਚਨਾ ਕੀਤੀ। ਕਿਉਂਕਿ ਗੁਰਦੇਵ ਸੱਚੇ ਪਾਤਸ਼ਾਹ ਜਿਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵਿਚਰਦੇ ਨੇ, ਉਸ ਵੇਲੇ ਸਿੱਖ ਸੰਗਤਾਂ ਨੇ ਗੁਰਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਜਿਹੜੀ ਪਵਿੱਤਰ ਬਾਣੀ ਹੈ ਪਰਮੇਸ਼ਵਰ ਜੀ ਦੀ, ਸਾਨੂੰ ਸਮਝ ਨਹੀਂ ਪੈਂਦੀ, ਅਰਥ ਬੋਧ ਨਹੀਂ ਪਤਾ, ਕਿਰਪਾ ਕਰਕੇ ਸਾਨੂੰ ਇਹਨਾਂ ਦੇ ਅਰਥ ਬੋਧ ਪੜਾਓ, ਤਾਂ ਜੋ ਸਾਨੂੰ ਇਸ ਪਵਿੱਤਰ ਬਾਣੀ ਦੀ ਸਮਝ ਆ ਸਕੇ। ਉਸ ਵੇਲੇ ਜੰਗਾਂ ਯੁੱਧਾਂ ਦਾ ਸਮਾਂ ਸੀ। ਗੁਰਦੇਵ ਜੀ ਬਚਨ ਕਰਦੇ ਨੇ ਕਿ ਤੁਹਾਨੂੰ ਅਰਥ ਬੋਧ ਜ਼ਰੂਰ ਪੜਾਵਾਂਗੇ, ਪਰ ਅਜੇ ਸਮਾਂ ਨਹੀਂ। ਉਹਨਾਂ ਬਚਨਾਂ ਨੂੰ ਫਿਰ ਜਿਸ ਵੇਲੇ ਸ੍ਰੀ ਮੁਕਤਸਰ ਸਾਹਿਬ ਦਾ ਖਿਤਾਬ ਮਹਾਰਾਜ ਸੱਚੇ ਪਾਤਸ਼ਾਹ ਉਸ ਧਰਤੀ ਨੂੰ ਦਿੱਤਾ ਜਿੱਥੇ ਮਹਾਰਾਜ ਜੀ ਦੇ ਨਾਲ ਆਖਰੀ ਜਿਹੜੀ ਜੰਗ ਹੈ ਉੱਥੇ ਹੋਈ, ਉੱਥੇ ਉਹਨਾਂ ਸਿੱਖਾਂ ਨੂੰ ਜੋ ਵਿਦਾਵਾ ਦੇ ਕੇ ਆ ਗਏ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਮੁਕਤੀ ਦਾ ਵਰ ਦਿੱਤਾ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਉਸ ਵੇਲੇ ਫਿਰ ਸਿੱਖਾਂ ਨੇ ਫਿਰ ਬੇਨਤੀ ਕੀਤੀ, ਦਤਾਰ ਜੀ ਹੁਣ ਸਾਨੂੰ ਜਿਹੜੇ ਅਰਥ ਬੋਧ ਪੜਾਓ। ਤਾਂ ਉਸ ਵੇਲੇ ਜੋ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਰਚਨਾ ਕੀਤੀ ਸੀ, ਉਹ ਪਵਿੱਤਰ ਸਰੂਪ ਜਿਹੜਾ ਸੀ ਧੀਰ ਮੱਲੀਆਂ ਦੇ ਕੋਲ ਸੀ। ਗੁਰਦੇਵ ਜੀ ਨੇ ਆਪਣੇ ਸਿੱਖਾਂ ਨੂੰ ਭੇਜਿਆ ਕਿ ਧੀਰ ਮੱਲੀਆਂ ਕੋਲੋਂ ਉਹ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈ ਕੇ ਆਓ। ਸਿੱਖ ਜਾਂਦੇ ਨੇ, ਧੀਰ ਮੱਲ ਦੇ ਪਰਿਵਾਰ ਵੱਲੋਂ ਜਵਾਬ ਮਿਲ ਜਾਂਦਾ ਹੈ, ਕਿਉਂਕਿ ਈਰਖਾ ਦੇ ਵਿੱਚ ਨੇ, ਅੰਦਰ ਦਵੈਸ ਭਾਵ ਹੈ। ਉਹ ਕਹਿੰਦੇ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਗੋਰਤਾ ਗੱਦੀ ਦੇ ਵਾਰਸ ਗੁਰੂ ਗੋਬਿੰਦ ਸਿੰਘ ਜੀ ਬਣਦੇ ਨੇ, ਫਿਰ ਉਹ ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ ਦੀ ਰਚਨਾ ਕੀਤੀ, ਜੇ ਉਸੇ ਜੋਤ ਦੇ ਵਾਰਸ ਨੇ, ਫਿਰ ਆਪਣੇ ਮੁਖਾਰ ਬਿੰਦ ਤੋਂ ਬਾਣੀ ਉਚਾਰ ਲੈਣ। ਹੋਰ ਕੋਈ ਮੰਗਦਾ, ਕਹਿੰਦੇ ਅਸੀਂ ਸਰੂਪ ਦੇ ਦੇਣਾ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਦੇਣਾ। ਸਿੱਖ ਵਾਪਸ ਆ ਜਾਂਦੇ। ਖਿਆਲ ਰਹੇ ਉਸ ਵੇਲੇ ਭਾਈ ਬੰਨੋ ਵਾਲੀ ਭੀੜ ਵੀ ਹੈ ਸੀ। ਇੱਕ ਹੋਰ ਉਦਾਸੀ ਮਹਾਤਮਾ ਨੇ ਆਪਣੇ ਹਸਤ ਕਮਲਾਂ ਨਾਲ ਬੜਾ ਸੁੰਦਰ ਸਵਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰਚਨਾ ਕੀਤੀ, ਉਹ ਵੀ ਸੀ ਜੋ ਆਨੰਦ ਚੰਦ ਜੀ ਨੂੰ ਦੇ ਕੇ ਗਿਆ ਸੀ। ਖੈਰ ਇਸ ਦਾ ਇਤਿਹਾਸ ਬਹੁਤ ਵੱਡਾ ਹੈ।
ਕਹਿਣ ਤੋਂ ਭਾਵ ਹੋਰ ਸਵਰੂਪ ਵੀ ਸੰਸਾਰ ਦੇ ਵਿੱਚ ਉਸ ਵੇਲੇ ਜਗਤ ਦੇ ਵਿੱਚ ਹੈ ਸਨ। ਪਰ ਜੇ ਗੁਰੂ ਤੇ ਕੋਈ ਸਿੱਖ ਸੰਸਾ ਕਰੇ, ਸ਼ੰਕਾ ਕਰੇ, ਤਾਂ ਫਿਰ ਉਹ ਨਰਕਗਾਮੀ ਹੁੰਦਾ ਹੈ। ਗੁਰਦੇਵ ਜੀ ਨੇ ਉਸ ਸ਼ੰਕੇ ਨੂੰ ਨਿਵਰਤ ਕਰਨ ਦੇ ਵਾਸਤੇ ਕਿ ਸਿੱਖ ਨੂੰ ਕਿਤੇ ਸੰਸਾ ਨਾ ਹੋ ਜਾਵੇ, ਨਰਕਗਾਮੀ ਨਾ ਬਣ ਜਾਵੇ ਮੇਰਾ ਸਿੱਖ, ਗੁਰਦੇਵ ਜੀ ਨੇ ਫਿਰ ਆਪਣੇ ਮੁਖਾਰਬਿੰਦ ਤੋਂ ਇਹ ਪਵਿੱਤਰ ਸਵਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਸ ਨੂੰ ਕੱਤਕ ਸੁਦੀ ਪੂਰਨਮਾਸੀ ਸੰਮਤ 1762 ਦੇ ਵਿੱਚ ਸ਼ੁਰੂ ਕਰਦੇ ਨੇ, ਉਸ ਨੂੰ ਫਿਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੋਂ ਲੈ ਕੇ 18-10-20 ਤੱਕ 9 ਮਹੀਨੇ 8 ਦਿਨ ਦਾ ਸਮਾਂ ਲਾ ਕੇ 23 ਸੌਣ ਸੰਮਤ 1763 ਬਿਕਰਮੀ ਨੂੰ ਸੱਚੇ ਪਾਤਸ਼ਾਹ ਇਸ ਦੀ ਸੰਪੂਰਨਤਾ ਕਰਦੇ ਨੇ। ਇਸ ਪਵਿੱਤਰ ਸਵਰੂਪ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਦੀ ਨਾਲ ਅੰਮ੍ਰਿਤ ਵੇਲੇ ਭਾਈ ਮਣੀ ਸਿੰਘ ਤੋਂ ਪਵਿੱਤਰ ਬਾਣੀ ਲਿਖਾਉਂਦੇ ਨੇ। ਸਿੱਖ ਸੰਗਤਾਂ ਹੋਰ ਕਲਮਾ ਘੜਨ ਦਾ ਕੰਮ ਵੀ ਕਰਦੇ ਨੇ। ਜਿਨ੍ਹਾਂ 48 ਸਿੰਘਾਂ ਨੇ ਉਹ ਪਵਿੱਤਰ ਬਚਨ ਸੁਣੇ ਨੇ, ਸੱਚੇ ਪਾਤਸ਼ਾਹ ਵਿਦੇਹੀ ਮੁਕਤ ਹੋ ਗਏ ਨੇ। ਉਹ ਗੁਰਦੇਵ ਨੇ ਇਹ ਸੰਪਰਦਾ ਟਕਸਾਲ ਚਲਾਉਣ ਦੇ ਵਾਸਤੇ ਭਾਈ ਮਣੀ ਸਿੰਘ ਜੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਜੀਵਨ ਮੁਕਤੀ ਦਾ ਦਾਨ ਬਖਸ਼ਿਆ। ਸੱਚੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਸਰੂਪ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ, ਜਿੱਥੇ ਗੁਰਦੇਵ ਸੱਚੇ ਪਾਤਸ਼ਾਹ 9 ਮਹੀਨੇ 9 ਦਿਨ ਰਹੇ, ਉੱਥੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੱਖਣ ਵਾਲੇ ਪਾਸੇ ਜਾਂਦੇ ਨੇ, ਜਿੱਥੇ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਨਾਲ ਕਰੀਬ 2200 ਸਿੱਖ ਨੇ। ਸਤਿਗੁਰੂ ਸੱਚੇ ਪਾਤਸ਼ਾਹ ਉਸ ਧਰਤੀ ਤੇ ਕਰੀਬ 14 ਮਹੀਨੇ ਉੱਥੇ ਵਿਚਰਦੇ ਨੇ। ਪਰ ਸੱਚੇ ਪਾਤਸ਼ਾਹ ਇਸ ਪਵਿੱਤਰ ਸਵਰੂਪ ਨੂੰ ਸ਼ਬਦ ਗੁਰੂ ਦੇ ਲੜ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਗੁਰੂ ਦੇ ਲੜ ਲਾਉਣ ਦੇ ਵਾਸਤੇ ਗੁਰਦੇਵ ਜੀ ਨੇ ਉਹ ਜਿਹੜਾ ਪਵਿੱਤਰ ਸਵਰੂਪ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਲਿਖਾਇਆ, ਉਸ ਪਵਿੱਤਰ ਸਵਰੂਪ ਨੂੰ ਮਹਾਰਾਜ ਜੀ ਨੇ, ਜਿਸ ਦੇ ਅੰਦਰ ਗੁਰਦੇਵ ਜੀ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ, ਜਿਸ ਦੇ ਅੰਦਰ 57 ਸ਼ਲੋਕ ਜੋ ਭੋਗ ਦੇ ਸ਼ਲੋਕ ਨੇ ਅਤੇ 59 ਸ਼ਬਦ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਉਹ ਵੀ ਦਰਜ ਕੀਤੇ। ਉਸ ਪਵਿੱਤਰ ਸਵਰੂਪ ਨੂੰ ਸੱਚੇ ਪਾਤਸ਼ਾਹ ਜੀ ਨੇ ਕੱਤਕ ਸੁਦੀ ਦੂਜ ਸੰਮਤ 1765 ਬਿਕਰਮੀ ਨੂੰ, ਯਾਨੀ 1708 ਈਸਵੀ ਦੇ ਅੰਦਰ ਗੁਰਦੇਵ ਜੀ ਨੇ 5 ਸਿੰਘ ਗੁਰਦੇਵ ਜੀ ਦੇ ਤਾਬਿਆਂ ਖੜ ਕੇ, ਜਿਨ੍ਹਾਂ ਦੇ ਨਾਮ ਇਤਿਹਾਸ ਦੇ ਅੰਦਰ ਸ਼ਹੀਦ ਬਾਬਾ ਦੀਪ ਸਿੰਘ ਜੀ, 5 ਪਿਆਰਿਆਂ ਚੋਂ ਭਾਈ ਸਾਹਿਬ ਭਾਈ ਧਰਮ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਬੁੰਗਾ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ, ਅਤੇ ਭਾਈ ਸੰਤੋਖ ਸਿੰਘ ਜੀ ਜਿਹੜੇ ਲੰਗਰੀ ਦਾ ਕੰਮ ਕਰਦੇ, ਅਤੇ ਭਾਈ ਹਰ ਸਿੰਘ ਜੀ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਡਾਇਰੀ ਲਿਖਦੇ ਨੇ। ਉਹਨਾਂ ਨੂੰ ਗੁਰਦੇਵ ਸੱਚੇ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਾਬਿਆਂ ਖੜਾ ਕਰਕੇ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੁਗੋ ਜੁਗ ਅਟਲ ਸ਼ਬਦ ਗੁਰੂ ਦੇ ਲੜ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਪਰਿਕਰਮਾ ਕੀਤੀ। ਮਹਾਰਾਜ ਜੀ ਨਮਸਕਾਰ ਕੀਤੀ ਇਸ ਪਵਿੱਤਰ ਬਾਣੀ। ਇਸ ਸ਼ਬਦ ਦੇ ਲੜ ਸੱਚੇ ਪਾਤਸ਼ਾਹ ਨੇ ਜਿਹੜੇ ਸ਼ਬਦ ਦੇ ਨਾਲ ਲੜ ਲਾ ਕੇ ਗਏ ਨੇ ਗੁਰਦੇਵ ਜੀ, ਜਿਸ ਅਗੰਮੀ ਬਾਣੀ ਦੇ ਲੜ ਲਾ ਕੇ ਗਏ ਨੇ, ਕਿਉਂਕਿ ਉਸ ਦਾ ਆਰੰਭ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1469 ਈਸਵੀ ਦੇ ਅੰਦਰ ਹੀ ਕਰ ਦਿੱਤਾ ਸੀ। ਗੁਰਦੇਵ ਇਸ ਸੰਸਾਰ ਤੇ ਜਦੋਂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਇਸ ਸੰਸਾਰ ਦੇ ਵਿੱਚ ਵਿਚਰਦੇ ਨੇ, ਪਵਿੱਤਰ ਬਚਨ ਮਹਾਰਾਜ ਜੀ ਦੇ ਨੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨਾ। ਬਿਨਾ ਸ਼ਬਦ ਤੋਂ ਜਗ ਕਮਲਾ ਮਹਾਰਾਜ ਜੀ ਕਹਿੰਦੇ ਨੇ। ਜਿਸ ਨੂੰ ਸਿੱਧਾਂ ਦੇ ਨਾਲ ਗੋਸ਼ਟ ਕਰਦੇ ਹੋਏ ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਨੇ ਜਦੋਂ ਪੁੱਛਿਆ ਸੀ ਕਿ ਗੁਰੂ ਕੌਣ ਹੈ ਤੁਹਾਡਾ, ਤਾਂ ਫਿਰ ਮਹਾਰਾਜ ਜੀ ਨੇ ਕਿਹਾ ਸ਼ਬਦ ਗੁਰੂ। ਜਿਸ ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਨੂੰ, ਇਸ ਗੁਰਮੁਖੀ ਲਿਪੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਮੁਖੀ ਅੱਖਰਾਂ ਦੀ ਤਰਤੀਬ ਮਹਾਰਾਜ ਜੀ ਨੇ ਬਣਾਈ। ਪਵਿੱਤਰ ਬਾਣੀ ਦੇ ਅੰਦਰ ਭੱਟ ਸਾਹਿਬ ਕਹਿੰਦੇ ਨੇ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਪ੍ਰੇਮ ਭਗਤ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਭਏ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ। ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਚਨ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਜਿਸ ਨੂੰ ਮਹਾਰਾਜ ਜੀ ਕਹਿੰਦੇ ਨੇ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਭਾਈ ਕੁਝ ਦਿਨ ਗਾ ਕੇ ਇਸ ਨੂੰ ਛੱਡਣਾ ਨਹੀਂ। ਗੁਰਦੇਵ ਜੀ ਕਹਿੰਦੇ ਸਦਾ ਗਾਓ ਇਹ ਪਵਿੱਤਰ ਬਾਣੀ। ਉੱਥੇ ਮਹਾਰਾਜ ਜੀ ਨੇ ਇਹ ਵੀ ਮੋਹਰ ਲਾਈ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖੋ ਖਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਸੱਚੀ ਬਾਣੀ ਪਵਿੱਤਰ ਦਰਜ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤੀ। ਵਿਸਾਖ ਤੋਂ ਹੋਰ ਵੀ ਅਨੇਕਾਂ ਭਗਤ ਸੰਸਾਰ ਦੇ ਵਿੱਚ ਵਿਚਰਦੇ ਆਏ, ਪਰ ਗੁਰਦੇਵ ਜੀ ਨੇ ਕਿਸੇ ਦਬਾਅ ਦੇ ਅੰਦਰ ਨਹੀਂ। ਪਵਿੱਤਰ ਬਚਨ ਜਿਹੜੇ ਮੇਲ ਪਵਿੱਤਰ ਬਾਣੀ ਦੇ ਨਾਲ ਖਾਂਦੇ ਸਨ, ਉਹ ਪਹਿਲੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਪਹਿਲਾਂ ਵੀ ਇਸ ਸੰਸਾਰ ਦੇ ਵਿੱਚ ਹੋਏ। ਉਹਨਾਂ ਦੀ ਵੀ ਪਵਿੱਤਰ ਬੋਲ ਜਿਹੜੇ ਨੇ ਅਗਾਮੀ ਬੋਲ ਨੇ, ਜੋ ਪਰਮੇਸ਼ਵਰ ਦੇ ਬੋਲ ਨੇ, ਜੋ ਰੱਬ ਜੀ ਦੇ ਬੋਲ ਨੇ। ਉਹ ਚਾਹੇ ਭਗਤ ਕਬੀਰ ਜੀ ਹੋਣ, ਚਾਹੇ ਸ਼ੇਖ ਫਰੀਦ ਜੀ ਹੋਣ, ਚਾਹੇ ਹੋਰ ਭਗਤ ਹੋਣ, ਮਹਾਰਾਜ ਜੀ ਨੇ ਪਵਿੱਤਰ ਬਾਣੀ ਦੇ ਨਾਲ ਮਿਲਦੇ ਬੋਲ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਦਰਜ ਕੀਤੇ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਬਚਨ ਕਰਦੇ ਨੇ, ਉਹ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਪੰਚਮ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਿਰਾਮਤਾਂ ਦਾ ਮੀਂਹ ਵਰਸਾਇਆ। ਜਿੱਥੇ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਗੁਰਦੇਵ ਜੀ ਨੇ ਪਵਿੱਤਰ ਬਾਣੀ ਦਾ ਸਤਿਕਾਰ ਕੀਤਾ। ਜਿਸ ਵੇਲੇ ਪੋਥੀਆਂ ਲੈ ਕੇ ਆਉਂਦੇ ਨੇ ਬਾਬਾ ਮੋਹਨ ਜੀ ਦੇ ਕੋਲੋਂ, ਉਸ ਵੇਲੇ ਪਾਲਕੀ ਦੇ ਅੰਦਰ ਬਾਣੀ ਦੀ ਪੋਥੀਆਂ ਸੁਰਤ ਕਰਦੇ ਨੇ। ਆਪ ਗੁਰਦੇਵ ਸੱਚੇ ਪਾਤਸ਼ਾਹ ਨੰਗੇ ਪੈਰ ਆਉਂਦੇ ਨੇ ਤੇ ਜਦੋਂ ਪ੍ਰਕਾਸ਼ ਕਰਦੇ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ,
ਉਸ ਦੇ ਬਾਅਦ ਵੀ ਗੁਰਦੇਵ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਸੰਗਤ ਦੇ ਵਿੱਚ ਬੈਠਦੇ ਨੇ। ਪਵਿੱਤਰ ਬਾਣੀ ਦਾ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਵੀ ਕੀਤਾ ਤੇ ਛਾਪ ਲਾਈ, ਮੋਹਰ ਲਾਈ। ਇਸ ਬਾਣੀ ਨੂੰ ਕਿਹਾ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਦਰਗਾਹੀ ਬਾਣੀ ਹੈ, ਪਵਿੱਤਰ ਬਚਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਦੋਂ ਸਾਡਾ ਇਤਿਹਾਸ ਕਹਿੰਦਾ ਭਾਈ ਗੋਪਾਲਾ ਜੀ ਤੋਂ ਪਵਿੱਤਰ ਜਪਜੀ ਸਾਹਿਬ ਦਾ ਪਾਠ ਸਰਵਣ ਕਰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਿੱਖ ਬਾਣੀ ਦਾ ਪਾਠ ਸੁਣਾਉਂਦਾ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਦਬ ਸਤਿਕਾਰ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਗੁਰਤਾ ਗੱਦੀ ਦੇਣ ਵਾਸਤੇ ਤਿਆਰ ਹੋ ਜਾਂਦੇ ਨੇ। ਪਰ ਸਿੱਖ ਦਾ ਮਨ ਜਦੋਂ ਡੋਲ ਗਿਆ ਤਾਂ ਫਿਰ ਗੁਰਦੇਵ ਸੱਚੇ ਪਾਤਸ਼ਾਹ ਉਹਦੇ ਮਨ ਦੀ ਜਾਣ ਕੇ ਉਹਨੂੰ ਉਸ ਦਾ ਜੋ ਉਹਦੇ ਮਨ ਦੀ ਇੱਛਾ ਸੀ ਉਹ ਹੀ ਪੂਰੀ ਕਰਦੇ ਨੇ। ਧੰਨ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਸੱਤਵੇਂ ਪਾਤਸ਼ਾਹ ਸ੍ਰੀ ਹਰਿ ਰਾਏ ਸਾਹਿਬ ਜੀ ਬਾਣੀ ਦਾ ਕਿਤਨਾ ਸਤਿਕਾਰ ਕਰਦੇ ਨੇ। ਸੰਸਾਰ ਦੇ ਅੰਦਰ ਵਿਚਰਿਆ ਆਪਣੇ ਪੁੱਤਰ ਦੇ ਔਗਣ ਸੰਸਾਰ ਲੁਕਾ ਲੈਂਦਾ ਹੈ। ਮਾਂ ਪਿਓ ਆਪਣੇ ਪੁੱਤਰਾਂ ਦੇ ਔਗਣ ਬੜੇ ਲੁਕਾ ਲੈਂਦੇ ਨੇ, ਪਰ ਆਪਣੇ ਪੁੱਤਰ ਨੇ ਗੁਰਦੇਵ ਸੱਚੇ ਪਾਤਸ਼ਾਹ ਅਗੰਮੀ ਬਾਣੀ ਦੇ ਮਿੱਟੀ ਮੁਸਲਮਾਨ ਦੀ ਥਾਂ ਤੇ ਬੇਈਮਾਨੀ, ਮੁਸਲਮ ਦੀ ਥਾਂ ਤੇ ਬੇਈਮਾਨ ਲਾਇਆ ਸੀ। ਸੱਚੇ ਪਾਤਸ਼ਾਹ ਨੇ ਕਿਹਾ ਮੱਥਾ ਨਹੀਂ ਲਾਇਆ, ਫਿਰ ਮਹਾਰਾਜ ਜੀ ਕਹਿੰਦੇ ਮੇਰੇ ਕੋਲ ਨਹੀਂ ਆਉਣਾ, ਮੁੜ ਇਨਕਾਰ ਕਰ ਦਿੱਤਾ। ਜਦੋਂ ਸਿੱਖ ਸੰਗਤਾਂ ਗੁਰਦੇਵ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੇ ਵਿੱਚ ਵਿਚਰਦੇ ਨੇ, ਸਿੱਖ ਸੰਗਤਾਂ ਬਾਣੀ ਪੜ੍ਹਦੀਆਂ ਹੁੰਦੀਆਂ ਨੇ, ਗੁਰਦੇਵ ਜੀ ਆਰਾਮ ਫਰਮਾ ਰਹੇ ਨੇ, ਪਰ ਜਦੋਂ ਪਵਿੱਤਰ ਬਾਣੀ ਦੇ ਵਚਨ ਕੰਨਾਂ ਦੇ ਵਿੱਚ ਪਏ, ਗੁਰਦੇਵ ਸੱਚੇ ਪਾਤਸ਼ਾਹ ਇੱਕਦਮ ਪਲੰਘ ਤੋਂ ਉੱਠੇ, ਆਪ ਗੋਡੇ ਤੇ ਸੱਟ ਤੇ ਲੱਗ ਗਈ। ਪਰ ਗੁਰਦੇਵ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ ਦਾ ਸਤਿਕਾਰ ਕੀਤਾ। ਬਚਨ ਨੇ ਜਿਨ ਭੈ ਬਾਣੀ ਅਦਬ ਧਾਰਾ, ਬਿਨ ਪ੍ਰਯਾਸ, ਬਿਨਾ ਪ੍ਰਯਾਸ ਤੋਂ ਕਹਿੰਦੇ ਜਗਤ ਦੇ ਵਿੱਚ ਉਧਰ ਸਕਦਾ ਹੈ। ਪਰ ਕਹਿੰਦੇ ਜਿਨ ਭੈ ਬਾਣੀ ਅਦਬ ਨਹੀਂ ਧਾਰਾ, ਜਾਣੋ ਸੋ ਸਿੱਖ ਨਾਹੀਂ ਹਮਾਰਾ। ਮਹਾਰਾਜ ਜੀ ਆਪ ਵੀ ਸਤਿਕਾਰ ਬਾਣੀ ਦਾ ਕੀਤਾ। ਮਹਾਰਾਜ ਜੀ ਨੇ ਪਹਿਲਾਂ ਆਪ ਕਰਕੇ ਤੇ ਦੱਸਿਆ, ਆਪ ਕੀਤਾ, ਫਿਰ ਸਾਨੂੰ ਮਹਾਰਾਜ ਜੀ ਨੇ ਕਰਨ ਦੀ ਹੁਕਮ ਕੀਤਾ। ਮਹਾਰਾਜ ਜੀ ਨੇ ਅੱਠਵੇਂ ਪਾਤਸ਼ਾਹ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦਾ ਸਤਿਕਾਰ ਕਰਦੇ। ਗੁਰੂ ਨਾਨਕ ਦੀ 9ਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੋਤ ਤੇ ਗੁਰੂ ਨਾਨਕ ਸਾਹਿਬ ਵਾਲੀ ਹੈ, ਕਾਇਆ ਪਲਟੀ ਹੈ। ਉਹਨਾਂ ਦੇ ਪਵਿੱਤਰ ਬਚਨ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਦੱਸਦੇ ਨੇ। ਦਸਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਤੇ ਫਿਰ ਇਸ ਪਵਿੱਤਰ ਬਾਣੀ ਨੂੰ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੋ ਕੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਤੱਕ ਇਸ ਸੰਸਾਰ ਦੇ ਵਿੱਚ ਪਰਮੇਸ਼ਵਰ ਦਾ ਸਰੂਪ ਵਿਚਰਿਆ, ਤੇ ਉਸ ਪਵਿੱਤਰ ਬਾਣੀ ਨੂੰ ਅੱਜ ਦੇ ਦਿਨ ਮਹਾਰਾਜ ਜੀ ਨੇ ਇਸ ਪਵਿੱਤਰ ਬਾਣੀ ਨੂੰ ਕਿ ਅੱਜ ਤੋਂ ਦੇਹ ਦੀ ਪ੍ਰਥਾ ਖਤਮ, ਅੱਜ ਤੋਂ ਬਾਅਦ ਜੁਗੋ ਜੁਗ ਅਟਲ ਸਦੀਵੀ ਕਾਲ ਵਾਸਤੇ ਉਸ ਪਰਮੇਸ਼ਵਰ ਜੋ ਦਮਦਮਾ ਸਾਹਿਬ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ ਜਿਹੜੀ ਰਚਨਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਉਸ ਪਵਿੱਤਰ ਬਾਣੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ ਦਿੱਤੀ, ਜੋ ਸਾਰੇ ਜਗਤ ਜਲੰਦੇ ਨੂੰ ਠਾਰਨ ਦੇ ਵਾਸਤੇ, ਸਾਰਿਆਂ ਨੂੰ ਉਪਦੇਸ਼ ਸਾਂਝਾ, ਕੋਈ ਵੀ ਸੁਣੇ, ਕੋਈ ਵੀ ਕਮਾਵੇ, ਇਸ ਭਵਜਲ ਸੰਸਾਰ ਜਗਤ ਤੋਂ ਤਰ ਸਕਦਾ ਹੈ। ਸੋ ਐਸੇ ਗੁਰਦੇਵ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਸਰੂਪ ਨੂੰ, ਜਿੱਥੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸਾਨੂੰ ਹੁਕਮ ਕੀਤਾ ਕਿ ਆਗਿਆ ਭਈ ਅਕਾਲ ਕੀ, ਤभी ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
गुरु ग्रंथ जी मान्यो प्रगट गुरा की दे, जो प्रभु को मिल बोझ है खोज शब्द में ले। उस शब्द दे नाल लड़ लाया जिस नूं अनेकां कवियां ने बड़े पवित्र अपने बचनां दे विच कलमां दे नाल उस्तत कीती गुरु साहब दी। क्योंकि संसार दे अंदर अपने अपने धर्मां दे बड़े ग्रंथ ने, पर सतगुरु सच्चे पातशाह पवित्र बाणी जिस नूं गुरु दा दर्जा मिलिया, इस नूं महाकवि बड़े सुंदर बचन करदे ने। वो कहंदे ने, तीनों लोकां दसो दिशा 14 ही भवन विच, कौन है सहाई राखा साचा इस प्राणी दा, तारना उबारना उधारना है वस किदे, लोक परलोक विच जिंदड़ी निमाणी दा, इको समरथ गुरु ग्रंथ संसार विच, बाणी हैगी अमृत श्री गुरु जी बखानी दा, बाणी तरानी ते लंघानी भव सिंध ताही, पढ़ो जग आओ सहारा गुरबाणी। जिस नूं पवित्र बचन लिखते ने कि आनंद को घर है, अमृत को सर है, कि देवन को तर है, कि ज्ञान को समाज है। बड़े पवित्र वचन। काल हूं के काल है, कि रीत हूं को पाल है, कि भारती को माल है, कि भव को जहाज है। वेद को सिद्धांत है, के धार्यो रूप साथ है। वेदां दा सिद्धांत सात रूप, के मोख हूं को कांत हो, के ब्रह्म ही निवास है। रागन को बाग है, कि जीवन को भाग है, कि धरा को सुहाग है, कि ग्रंथ महाराज है। बड़े पवित्र बाणी महाराज सच्चे पातशाह जी दी ਇਹ ਨਿਰੰਕਾਰ परमेश्वर ਦਾ स्वरूप ਧੰਨ ਸ੍ਰੀ गुरु अमरदास महाराज जी कहते ने, वाहो वाहो बाणी निरंकार है, तिस जेवड़ अवर ना कोई। सो ऐसे गुरुदेव सच्चे पातशाह ਦੇ ਪਵਿੱਤਰ ਚਰਨਾਂ ਦੇ ਨਾਲ ਸਾਨੂੰ ਜੋੜ ਕੇ ਗਏ ਨੇ। ਉਹਨਾਂ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਪਵਿੱਤਰ ਹੁਕਮਨਾਮੇ ਦੀ ਦਾਤ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੀ, ਉਹ ਸੋਰਠ ਰਾਗ ਦੇ ਅੰਦਰ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਚਨ ਨੇ। ਸੰਖੇਪ ਵਿਚਾਰ ਅਖਰੀ ਅਰਥ ਸਮੇਂ ਦੀ ਸੀਮਾ ਦੇ ਵਿੱਚ ਰਹਿ ਕੇ ਕਰੀਏ। ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਭਾਏਮਾਨ ਅੰਗ 617 ਅਤੇ 618 ਤੇ ਦਰਜ ਹੈ, ਉਸ ਦੇ ਅੰਦਰ ਸਤਿਗੁਰੂ ਜੀ ਬਚਨ ਕਰਦੇ ਨੇ। ਸੋਰਠ ਮਹੱਲਾ ਪੰਜਵਾ, ਸੋਰਠ ਰਾਗ ਹੈ, ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੁਖਾਰ ਬਿੰਦ ਤੋਂ ਇਹ ਬਚਨ ਉਚਾਰਨ ਕੀਤੇ ਹੋਏ ਨੇ। अविनाशी जीवन को दाता, सिमरत सब मल खोई। प्यार सहित बोलो सतनाम श्री वाहिगुरू। अविनाशी, कदे ना नासवान होना, कदे नासवान नहीं होना परमेश्वर जी। संसार नासवान है, संसार के अंदर जितनी भी सृष्टि दिखने चाहती है सब ही नासवान है, पर अविनाशी कौन है? एक परमेश्वर है। जीवन को दाता, सारे जीवाणु दा दाता कौन है? वो परमेश्वर ही है। क्योंकि परमेश्वर जीवाणु इस संसार दे विच भेजदा है अते हर एक जीव दी रोजी रोटी का प्रबंध भी परमेश्वर करता। सारिਆਂ ਨੂੰ दाता सच्चे पातशाह रिजक दिंदा है। दाता सबना ਨੂੰ देण वाला है, जिस ਨੂੰ गुरुदेव सच्चे पातशाह पवित्र बाणी ਦੇ ਆਰੰਭ ਦੇ ਵਿੱਚ ਕਹਿੰਦੇ ਨੇ, सबना जिया का एक दाता सो मैं विसर ना जाए। दान ਦਿੰਦੇ ਨੇ महाराज सच्चे पातशाह सबना।
ਸੰਸਾਰ ਦੇ ਅੰਦਰ ਦਾਤੇ ਹੋਰ ਵੀ ਹੋ ਸਕਦੇ ਨੇ, ਪਰ ਉਹ ਸਭਨਾਂ ਦੇ ਨਹੀਂ ਹੋ ਸਕਦੇ। ਸਾਰਿਆਂ ਦਾ ਦਾਤਾ ਤੇ ਇੱਕ ਪਰਮਾਤਮਾ ਹੀ ਹੈ। ਸਿਮਰਤ ਉਸ ਦਾ ਸਿਮਰਨ ਕਰਨ ਦੇ ਨਾਲ ਸਭ ਮਲ ਖੋਈ। ਮਲ ਕਿਹੜੀ ਲੱਗੀ ਹੈ? ਹੁਣ ਸਰੀਰ ਨੂੰ ਕੋਈ ਮੈਲ ਲੱਗੀ ਹੋਵੇ ਉਹ ਸਾਫ਼ ਹੋ ਸਕਦੀ ਹੈ। ਵਸਤਰ ਕੱਪੜਾ ਇਤ ਆਦਿਕ ਜਿਹੜਾ ਉਹ ਲਿਬੜ ਜਾਵੇ, ਲੱਤ-ਪੱਤ ਹੋ ਜਾਵੇ, ਗੰਦਾ ਹੋ ਜਾਵੇ, ਮੈਲਾ ਕੁਚੈਲਾ ਹੋ ਜਾਵੇ, ਉਹ ਵੀ ਸਾਬਣ ਦੇ ਨਾਲ ਸਾਫ਼ ਹੋ ਸਕਦਾ ਹੈ। ਪਰ ਇਸ ਮਨ ਨੂੰ ਜਿਹੜੀ ਮੈਲ ਲੱਗੇ ਉਹ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ। ਜਿਹੜੇ ਵਿਕਾਰਾਂ ਨੂੰ ਅਜੋ ਵਿਕਾਰ ਨਾ ਛੋੜੀ ਪਾਪੀ ਮਨ ਮੰਦਾ, ਜਿਹੜਾ ਵਿਕਾਰ ਨਹੀਂ ਛੱਡਦਾ ਉਹ ਵਿਕਾਰਾਂ ਦੀ ਮੈਲ ਲੱਗੀ ਹੋਈ। ਇਸ ਨੂੰ ਮਹਾਰਾਜ ਜੀ ਕਹਿੰਦੇ ਨੇ ਭਰੀਏ ਹੱਥ ਪੈਰ ਧਨ ਦੇ, ਪਾਣੀ ਧੋਤੇ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਏ ਉਹ ਧੋਏ। ਭਰੀਏ ਮੱਤ ਪਾਪਾਂ ਕੈ ਸੰਗ, ਜਿਹੜੀ ਮੱਤ ਪਾਪਾਂ ਦੇ ਨਾਲ ਭਰ ਗਈ ਉਹ ਕਿਵੇਂ ਧੁੱਪੇਗੀ, ਉਹ ਕਿਵੇਂ ਸਾਫ਼ ਹੋਵੇਗੀ, ਕਿਵੇਂ ਧੋਈ ਜਾਵੇਗੀ। ਗੁਰਦੇਵ ਜੀ ਕਹਿੰਦੇ ਨੇ ਉਹ ਧੋਪੈ ਨਾਵੇਂ ਕਹਿ ਰੰਗ। ਉਹ ਸਿਮਰਨ ਦੇ ਨਾਲ, ਉਹ ਪਰਮੇਸ਼ਵਰ ਦੇ ਨਾਮ ਜਪਣ ਦੇ ਨਾਲ, ਵਾਹਿਗੁਰੂ ਕਹਿਣ ਦੇ ਨਾਲ, ਜਿਸ ਨੂੰ ਬਾਰ ਪ੍ਰਭ ਜਪੀਏ, ਉਸ ਪਰਮੇਸ਼ਵਰ ਜੀ ਨੂੰ ਜਪਣ ਦੇ ਨਾਲ ਉਹ ਮੈਲ ਜਿਹੜੀ ਹੈ ਉਹ ਉਤਰ ਸਕਦੀ ਹੈ। ਮਹਾਰਾਜ ਜੀ ਕਹਿੰਦੇ ਨੇ ਸਭਨਾਂ ਦਾ ਦਾਤਾ ਜਿਹੜਾ ਹੈ ਉਹ ਕਦੇ ਨਾਸਵਾਨ ਹੋਣ ਵਾਲਾ ਨਹੀਂ, ਉਹ ਸਾਰਿਆਂ ਜੀਆਂ ਦਾ ਦਾਤਾ ਹੈ। ਉਸ ਨੂੰ ਸਿਮਰਨ ਦੇ ਨਾਲ ਇਹ ਜਿਹੜੀ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ ਇਹ ਸਾਰੀ ਉਤਰ ਸਕਦੀ ਹੈ। ਪਰ ਜਪਣਾ ਪਵੇਗਾ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਮਹਾਰਾਜ ਜੀ ਪਵਿੱਤਰ ਬਚਨ ਕਰਦੇ ਨੇ, ਗੁਣ ਨਿਦਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਗੁਣ ਤੇ ਪਰਮੇਸ਼ਵਰ ਦੇ ਬੜੇ ਨੇ, ਜਿਸ ਨੂੰ ਪਵਿੱਤਰ ਬਚਨਾਂ ਦੇ ਆਪਾਂ ਰੋਜ਼ ਸਰਵਣ ਕਰਦੇ ਹਾਂ, ਪੜ੍ਹਦੇ ਹਾਂ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ। ਫਿਰ ਬਾਰ ਵਿਵਸਥਾ ਤੁਝੇ ਪਿਆਰਾ ਦੂਧ, ਪਰ ਜੋਬਨ ਭੋਜਨ ਸੁਖ ਸੋਧ, ਬਿਰਧ ਭਇਆ ਉਪਰ ਸਾਖ ਸੈਣ, ਮੁਖ ਅਪਿਆਉ ਬੈਠ ਕੋ ਦੇ। ਕਿੰਨੇ ਗੁਣ ਪਰਮੇਸ਼ਰ, ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰੀਏ ਇੱਕ ਜੀਭਾ ਦੇ ਨਾਲ। ਬੇਅੰਤ ਗੁਣ ਨੇ ਪਰਮੇਸ਼ਵਰ ਦੇ, ਉਹ ਗੁਣਾਂ ਦਾ ਨਿਧਾਨ ਯਾਨੀ ਖਜ਼ਾਨਾ, ਜਿਹੜਾ ਗੁਣਾਂ ਦਾ ਖਜ਼ਾਨਾ ਪਰਮੇਸ਼ਵਰ ਜੇ ਭਗਤਨ ਕੋ ਵਰਤਨ, ਆਪਣੇ ਭਗਤਾਂ ਨੂੰ ਵਰਤਨ ਦੇ ਵਾਸਤੇ ਪਰਮੇਸ਼ਵਰ ਜੀ ਬਖਸ਼ਿਸ਼ ਕਰਦੇ ਨੇ। ਉਸ ਨੂੰ ਕਹਿੰਦੇ ਬਿਰਲਾ ਪਾਵੇ ਕੋਈ, ਹਰ ਇੱਕ ਦੇ ਹੱਥ ਵਸ ਇਹ ਖਜ਼ਾਨਾ ਗੁਣਾਂ ਦਾ ਨਹੀਂ ਆਉਂਦਾ। ਪਰਮੇਸ਼ਵਰ ਦੇ ਪਵਿੱਤਰ ਬਚਨ ਬਿਰਲਾ ਪਾਵੇ ਕੋਈ, ਜਿਸ ਨੂੰ ਮਹਾਰਾਜ ਜੀ ਕਹਿੰਦੇ ਜੱਗ ਮੈਂ ਉੱਤਮ ਕਾਢੀਏ, ਵਿਰਲੇ ਕਈ ਕੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਰਨ ਬੰਦਗੀ ਵਿਰਲੇ ਬੰਦੇ, ਵਿਰਲੇ ਵਿਰਲੇ ਦੇ ਹੱਥ ਆਉਂਦਾ ਹੈ। ਕੀ ਮਹਾਰਾਜ ਜੀ ਕੋਈ ਸੈਂਕੜਿਆਂ ਦੇ ਵਿੱਚ ਆ ਜਾਊਗਾ ਕਿਸ ਹੱਥ? ਮਹਾਰਾਜ ਜੀ ਕਹਿੰਦੇ ਨਹੀਂ। ਫਿਰ ਕਿਸ ਤਰ੍ਹਾਂ ਪਰਮੇਸ਼ਵਰ? ਧੰਨ ਗੁਰੂ ਤੇਗ ਬਹਾਦਰ ਜੀ ਬਚਨ ਕਰਦੇ ਨੇ, ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ। ਕਰੋੜਾਂ ਦੇ ਵਿੱਚ ਇੱਕ ਅੱਧਾ ਮਹਾਰਾਜ ਜੀ ਬਚਨ ਕਰਦੇ ਨੇ, ਕਹਿਣ ਮਾਤਰ ਨਹੀਂ, ਜਿਨ੍ਹਾਂ ਦੀ ਇੱਕ ਮਿਕਤਾ ਹੋਈ ਹੈ, ਜਿਨ੍ਹਾਂ ਨੂੰ ਪਰਮੇਸ਼ਵਰ ਦੀ ਪ੍ਰਾਪਤੀ, ਉਹ ਕਰੋੜਾਂ ਦੇ ਵਿੱਚ ਇੱਕ ਅੱਧਾ ਮਹਾਰਾਜ ਜੀ ਬਚਨ ਕਰਦੇ ਨੇ। ਉਹ ਗੁਣਾਂ ਦਾ ਖਜ਼ਾਨਾ ਜਿਹੜਾ ਹੈ ਉਹ ਆਪਣੇ ਭਗਤਾਂ ਨੂੰ ਵਰਤਣ ਦੇ ਵਾਸਤੇ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ। ਉਸ ਨੂੰ ਕਹਿੰਦੇ ਬਿਰਲਾ ਜਨ ਪਾਉਂਦਾ ਹੈ ਭਾਈ। ਸਤਿਗੁਰੂ ਜੀ ਅੱਗੇ ਪਵਿੱਤਰ ਬਚਨ ਕਰਦੇ ਨੇ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਐ ਮੇਰੇ ਮਨਾ ਤੂੰ ਜਪ, ਉਸ ਪਰਮੇਸ਼ਵਰ ਜੀ ਨੂੰ ਜਪ, ਗੁਰੂ ਨੂੰ ਜਪ, ਉਸ ਗੋਪਾਲ ਨੂੰ ਜਪ, ਜਿਹੜਾ ਸਾਰੀ ਪ੍ਰਿਥਵੀ ਦੇ ਜੀਵਾਂ ਦਾ ਆਧਾਰ ਹੈ, ਸਾਰੀ ਪ੍ਰਿਥਵੀ ਦੇ ਜੀਵਾਂ ਨੂੰ ਆਸਰਾ ਹੈ, ਜਿਹੜਾ ਸਾਰੇ ਜੀਵਾਂ ਦਾ ਪਾਲਣਹਾਰ ਹੈ, ਉਸ ਪਰਮਾਤਮਾ ਨੂੰ ਜਪ।
ਜਪੀ ਮੇਰੇ ਮਨਾ ਉਸ ਪਰਮੇਸ਼ਵਰ ਜੀ। ਇੱਕ ਵਾਰੀ ਪਿਆਰ ਸਹਿਤ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਉਸ ਪਰਮੇਸ਼ਵਰ ਜਪਣ ਦੇ ਨਾਲ ਕੀ ਪ੍ਰਾਪਤ ਹੋਵੇਗਾ, ਉਹਦੇ ਕੋਲ ਆਉਣ ਦਾ ਫਾਇਦਾ ਕੀ ਹੋਏਗਾ। ਸਤਿਗੁਰੂ ਜੀ ਅੱਗੇ ਪਵਿੱਤਰ ਬਚਨ ਕਰਦੇ ਨੇ, ਜਾ ਕੀ ਸਰਨ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਈ। ਉਸ ਪਰਮਾਤਮਾ ਦੀ ਸਰਨ ਪਿਆਂ ਦੇ ਨਾਲ ਫਿਰ ਸੁਖ ਹੀ ਪ੍ਰਾਪਤ ਹੁੰਦੇ ਨੇ। ਫਿਰ ਕਹਿੰਦੇ ਮੁੜ ਕੇ ਕਦੇ ਦੁੱਖ ਨਹੀਂ ਹੁੰਦਾ। ਫਿਰ ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਫਿਰ ਸੁਖ ਹੀ ਸੁਖ ਹੈ। ਉਸ ਦੇ ਭਾਣੇ ਦੇ ਅੰਦਰ ਫਿਰ ਸੁਖ ਹੀ ਹੈ ਮਨੁੱਖ ਨੂੰ। ਬਸ ਉਸ ਦੀ ਸ਼ਰਨ ਦੇ ਵਿੱਚ ਆ ਜਾ। ਮਹਾਰਾਜ ਜੀ ਤਾਂ ਕਹਿੰਦੇ ਸਤਿਗੁਰ ਆਇਓ ਸਰਨ ਤੁਮਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸ਼ਰਨ ਦੇ ਵਿੱਚ ਪੈਣ ਦੇ ਨਾਲ ਸਦੀਵੀ ਸੁਖ ਦੀ ਪ੍ਰਾਪਤੀ ਹੋ ਜਾਵੇਗੀ, ਫਿਰ ਕਦੇ ਦੁੱਖ ਨਹੀਂ ਹੋਏਗਾ। ਗੁਰਦੇਵ ਜੀ ਇਹ ਬਚਨ ਕਰਦੇ ਰਹਾਉ। ਇਹ ਦੋ ਤੁਕਾਂ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ, ਇਸ ਤੇ ਚੌਗਿਰਦੇ ਘੁੰਮਦਾ ਹੈ। ਇਹ ਕੇਂਦਰੀ ਭਾਵ ਹੈ ਸ਼ਬਦ ਦਾ, ਕਿਹੜਾ ਕਿ ਮੇਰੇ ਮਨਾ ਉਸ ਪਰਮੇਸ਼ਵਰ ਨੂੰ ਜਪੀ, ਉਸ ਦੀ ਸ਼ਰਨ ਦੇ ਵਿੱਚ ਪੈਣ ਦੇ ਨਾਲ ਸੁਖ ਪ੍ਰਾਪਤ ਹੋਣਗੇ, ਫਿਰ ਦੁੱਖ ਨਹੀਂ ਹੋਣਗੇ। ਇਹ ਕੇਂਦਰੀ ਭਾਵ ਮਹਾਰਾਜ ਜੀ ਨੇ ਦੱਸ ਕੇ ਅੱਗੇ ਬਖਸ਼ਿਸ਼ ਮਹਾਰਾਜ ਜੀ ਕਰਦੇ ਨੇ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਪਿਆਰ ਸਹਿਤ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਵੱਡਿਆਂ ਭਾਗਾਂ ਕਰਕੇ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਪਰ ਜੇ ਭਾਗ ਚੰਗੇ ਨਾ ਹੋਣ ਫਿਰ ਮਹਾਰਾਜ ਜੀ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਆਂਦੇ ਕਿਹੜੇ ਨੇ ਸੰਗਤ ਦੇ ਵਿੱਚ, ਮਹਾਰਾਜ ਜੀ ਕਹਿੰਦੇ ਨੇ ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸਰਨ ਨਾਨਕ ਤੇ ਆਏ। ਨਹੀਂ ਤੇ ਅੰਮ੍ਰਿਤ ਵੇਲੇ ਦੀ ਸੰਭਾਲ ਹੀ ਬੜੀ ਔਖੀ ਹੈ, ਉੱਠ ਹੀ ਨਹੀਂ ਸਕਦਾ ਜੀ। ਆਉਣ ਦੀ ਤੇ ਬਾਤ ਬੜੀ ਦੂਰ ਦੀ ਹੈ। ਰਜੇਵੇ ਹੀ ਜੀਵ ਨੂੰ ਇਤਨੇ ਹੋ ਗਏ, ਜਿਸ ਨੂੰ ਵਿਸਕ ਤੋਂ ਅੱਜ ਦਾ ਮਨੁੱਖ ਜਿਹੜਾ ਉਹ ਕੰਮਕਾਰ ਛੱਡਦਾ ਜਾ ਰਿਹਾ ਹੈ, ਦੂਜੇ ਦੇ ਭਰੋਸੇ ਹੁੰਦਾ ਜਾ ਰਿਹਾ ਹੈ, ਪਰ ਬਿਨਾਂ ਕੰਮ ਤੋਂ ਆਪਣੇ ਆਪ ਇਤਨਾ ਬਿਜੀ ਹੋਈ ਫਿਰਦਾ ਕਿਸ ਨੂੰ ਟਾਈਮ ਹੀ ਨਹੀਂ। ਸਾਧ ਸੰਗਤ ਦੀ ਪ੍ਰਾਪਤੀ ਬੜੀ ਦੂਰ ਦੀ ਬਾਤ ਹੈ। ਮਹਾਰਾਜ ਜੀ ਕਹਿੰਦੇ ਭਾਗ ਚੰਗੇ ਹੋਣ, ਵੱਡੇ ਭਾਗਾਂ ਦੇ ਨਾਲ ਉਸ ਪਰਮੇਸ਼ਵਰ ਦੇ ਜਿਹੜੇ ਭਲੇ ਪੁਰਸ਼ ਨੇ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਫਿਰ ਉਹਨਾਂ ਨੂੰ ਭੇਟ ਮਿਲਣ ਦੇ ਨਾਲ ਜਿਹੜੀ ਦੁਰਮਤ ਸੀ, ਜਿਹੜੀ ਭੈੜੀ ਮੱਤ ਸੀ, ਜਿਹੜੀ ਬੁਰੀ ਮੱਤ ਸੀ, ਉਹ ਦੂਰ ਹੋ ਗਈ। ਕਿਉਂਕਿ ਇੱਕ ਬੁਰੀ ਮੱਤ ਹੈ ਜਿਸ ਨੂੰ ਮਹਾਰਾਜ ਜੀ ਕਹਿੰਦੇ ਦੁਰਮਤ, ਇੱਕ ਮਨ ਦੀ ਮੱਤ ਹੈ ਜਿਸ ਨੂੰ ਪਵਿੱਤਰ ਬਚਨ ਕਰਦੇ ਨੇ ਮਨਮਤ, ਇੱਕ ਗੁਰੂ ਦੀ ਮੱਤ ਹੈ ਜਿਸ ਨੂੰ ਮਹਾਰਾਜ ਜੀ ਗੁਰਮਤ ਕਹਿੰਦੇ ਨੇ, ਜਿਸ ਨੂੰ ਕਹਿੰਦੇ ਨੇ ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਵਿਸਕ ਤੇ ਸੰਸਾਰ ਪੱਖ ਦੇ ਉੱਤੇ ਸਿਆਣਾ ਹੋਵੇ ਮਨੁੱਖ, ਪਰ ਸਿਆਣਾ ਉਹੀ ਹੈ ਜਿਹੜਾ ਗੁਰੂ ਦੀ ਮੱਤ ਨੂੰ ਧਾਰਨ ਕਰੇ। ਉਹਨਾਂ ਨੂੰ ਮਿਲਣ ਦੇ ਨਾਲ, ਸਤ ਸੰਗਤ ਦੇ ਵਿੱਚ ਮਿਲਣ ਦੇ ਨਾਲ ਜਿਹੜੀ ਭੈੜੀ ਮੱਤ ਹੈ, ਜਿਹੜੀ ਬੁਰੀ ਮੱਤ ਹੈ, ਉਹ ਦੂਰ ਹੋ ਜਾਂਦੀ ਹੈ। ਆਖਰੀ ਤੁਕ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਚਨ ਕਰਦੇ ਨੇ, ਤਿਨ ਕੀ ਤੂਰ ਨਾਨਕ ਦਾਸ ਬਾਚੈ, ਜਿਨ ਹਰ ਨਾਮ ਹਿਰਦੈ ਪਰੋਈ। ਪਿਆਰ ਸਹਿਤ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪੰਜਵੇਂ ਸਰੂਪ, ਜੋਤ ਉਹੀ ਹੈ ਗੁਰੂ ਨਾਨਕ ਸਾਹਿਬ ਵਾਲੇ। ਪਵਿੱਤਰ ਬਚਨ ਕਰਦੇ ਨੇ, ਕਹਿੰਦੇ ਤਿੰਨ ਕੀ ਧੂੜ, ਧੂੜ ਯਾਨੀ ਧੂੜ ਯਾਨੀ ਧੂੜ, ਜਿਸ ਨੂੰ ਪਵਿੱਤਰ ਬਚਨ ਮਹਾਰਾਜ ਸੱਚੇ ਪਾਤਸ਼ਾਹ
ਧੂੜੀ ਦੇ ਬੜੇ ਵਚਨ ਪਵਿੱਤਰ ਬਾਣੀ ਦੇ ਅੰਦਰ ਆਉਂਦੇ ਨੇ, ਜਿਨ੍ਹਾਂ ਨੇ ਕਹਿੰਦੇ ਉਸ ਪਰਮੇਸ਼ਵਰ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਪਰੋਇਆ ਹੋਇਆ ਹੈ, ਉਹਨਾਂ ਦੀ ਧੂੜ ਚਾਹਨਾ ਕਹਿੰਦੇ ਮੈਨੂੰ ਪ੍ਰਾਪਤ ਹੋ ਜਾਵੇ। ਐਸੇ ਬਚਨ ਵੀ ਪਵਿੱਤਰ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੇ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਉਹ ਧੂੜੀ ਮੈਨੂੰ ਪ੍ਰਾਪਤ ਹੋ ਜਾਵੇ। ਕਿਹੜੀ? ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਸ ਪਰਮੇਸ਼ਵਰ ਜੀ ਦਾ ਨਾਮ ਸਦੀਵੀ ਕਾਲ ਦੇ ਵਿੱਚ ਵਸ ਗਿਆ, ਹਿਰਦੇ ਦੇ ਵਿੱਚ ਵਸ ਗਿਆ, ਜੀਭਾ ਦੇ ਨਾਲ ਨਹੀਂ। ਜਾਂ ਜਿਸ ਤਰ੍ਹਾਂ 4 ਤਰ੍ਹਾਂ ਦੀ ਬਾਣੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, 4 ਬਾਣੀਆਂ ਪਰਾ ਪਸੰਤੀ ਮੱਧਮ ਬੈਕਰੀ, ਜਿਹੜੇ ਪਰਾ ਅਵਸਥਾ ਦੇ ਵਿੱਚ ਉਹ ਪਹੁੰਚ ਗਏ ਨੇ, ਉਹਨਾਂ ਦੇ ਹਿਰਦੇ ਦੇ ਵਿੱਚ ਫਿਰ ਆਟੋਮੈਟਿਕਲੀ ਉਸ ਲਿਵ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਲੱਗੇ ਰਹਿੰਦੇ, ਜੁੜੇ ਰਹਿੰਦੇ ਨੇ। ਫਿਰ ਸਦੀਵੀ ਕਾਲ ਦੇ ਅੰਦਰ ਜੇ ਹਿਰਦੇ ਦੇ ਵਿੱਚ ਵਸ ਗਏ। ਹੈ ਵਸਣਾ ਬੜਾ ਔਖਾ, ਜਿਤਨਾ ਕਹਿਣਾ ਸੌਖਾ, ਜਿਤਨਾ ਸੁਣਨਾ ਸੌਖਾ, ਉਸ ਤੋਂ ਕਰੋੜਾਂ ਗੁਣਾ ਜਿਹੜਾ ਉਹ ਪਰਮੇਸ਼ਵਰ ਹਿਰਦੇ ਦੇ ਵਿੱਚ ਵਸਣਾ ਜਿਹੜਾ ਹੈ ਉਹ ਔਖਾ ਹੈ, ਕਿਉਂਕਿ ਮਨ ਦੀ ਅਵਸਥਾ ਹੀ ਐਸੀ ਹੈ। ਅੱਜ ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ। ਇੱਕ ਛਿਣ ਦੇ ਅੰਦਰ ਆਪਾਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਬਾਤ ਵੀ ਕਰ ਸਕਦੇ ਹਾਂ ਤੇ ਸਾਹਮਣੇ ਤਸਵੀਰ ਵੀ ਆ ਜਾਂਦੀ ਹੈ। ਪਰ ਖਿਆਲ ਕਰਿਓ, ਬੇਸ਼ੱਕ ਤੋਂ ਆਪਾਂ ਛਿਣ ਦੇ ਵਿੱਚ ਬਾਤ ਵੀ ਕਰ ਸਕਦੇ ਹਾਂ, ਜਾ ਵੀ ਸਕਦੇ ਹਾਂ ਇੱਕ ਥਾਂ ਤੋਂ ਦੂਜੀ ਥਾਵਾਂ ਤੇ, ਪਰ ਇਸ ਮਨ ਦੀ ਸਪੀਡ ਉਹਨਾਂ ਨਾਲੋਂ ਕਰੋੜਾਂ ਗੁਣਾ ਵੱਧ। ਇੱਕ ਛਿਣ ਦੇ ਵਿੱਚ ਬੇਸ਼ੱਕ ਤੋਂ ਗੁਰਦੇਵ ਦੇ ਚਰਨਾਂ ਦੇ ਵਿੱਚ ਬੈਠੇ ਇਸ ਮਨ ਦਾ ਪਤਾ ਨਹੀਂ ਕਦੋਂ ਕਿੱਥੇ ਡਾਰੀ ਮਰ ਜਾਵੇ। ਤਾਂ ਹੀ ਤੇ ਗੁਰਦੇਵ ਜੀ ਨੇ ਰਹਾਉ ਵਾਲੀ ਪੰਕਤਾਂ ਦੇ ਵਿੱਚ, ਪੰਕਤੀਆਂ ਦੇ ਵਿੱਚ ਮਨ ਨੂੰ ਸੰਬੋਧਨ ਕਰਕੇ ਬਚਨ ਕੀਤੇ ਨੇ ਕਿ ਐ ਮੇਰੇ ਮਨਾ ਤੂੰ ਜਪੀ, ਮਨ ਕਰਕੇ ਜਪੀ, ਜੀਭਾ ਦੇ ਨਾਲ ਨਹੀਂ। ਜੀਭਾ ਦੇ ਨਾਲ ਤਾਂ ਸਾਰੇ ਜਪਦੇ ਆ। ਜਿਸ ਦਿਨ ਮਨ ਦੇ ਨਾਲ ਉਸ ਪਰਮੇਸ਼ਵਰ ਨੂੰ ਜਪਿਆ, ਫਿਰ ਇਸ ਦੇ ਹੌਲੀ ਹੌਲੀ ਇਸ ਹਿਰਦੇ ਦੇ ਵਿੱਚ ਉਹ ਜਿਹੜਾ ਹੈ ਪਰਮੇਸ਼ਵਰ ਦਾ ਨਾਮ ਹੌਲੀ ਹੌਲੀ ਕਰਦਾ ਜਾਵੇ। ਕਿਉਂਕਿ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ ਅੰਦਰ ਤੇ ਪਹਿਲਾਂ ਹੀ ਭਰਿਆ ਪਿਆ ਹੈ। ਥਾਂ ਤੇ ਪਹਿਲਾਂ, ਜਗ੍ਹਾ ਤੇ ਪਹਿਲਾਂ ਹੀ ਕੋਈ ਨਹੀਂ। ਇਸ ਦੇ ਅੰਦਰ ਬੜੇ ਵਿਕਾਰ ਭਰੇ ਪਏ ਨੇ। ਉਹਨਾਂ ਵਿਕਾਰਾਂ ਕਰਕੇ ਇਸ ਦੇ ਅੰਦਰ ਥਾਂ ਹੀ ਨਹੀਂ। ਜੇ ਥਾਂ ਹੋਵੇਗੀ ਤਾਂ ਹੀ ਕੋਈ ਚੀਜ਼ ਰੱਖੀ ਜਾਵੇਗੀ, ਤਾਂ ਹੀ ਕੋਈ ਵਸਤੂ ਉਸ ਦੇ ਅੰਦਰ ਟਿਕੇਗੀ। ਫਿਰ ਇਸ ਦੇ ਹਿਰਦੇ ਦੇ ਅੰਦਰ ਜਦੋਂ ਟਿਕ ਗਿਆ, ਗੁਰਦੇਵ ਜੀ ਕਹਿੰਦੇ ਨੇ ਮੈਂ ਚਾਹੁੰਦਾ ਹੈ ਉਹਨਾਂ ਦੀ ਧੂੜ ਜਿਹੜੀ ਮੈਨੂੰ ਪ੍ਰਾਪਤ ਹੋ ਜਾਵੇ। ਜਿਸ ਨੂੰ ਮਹਾਰਾਜ ਜੀ ਕਹਿੰਦੇ ਨੇ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾ। ਉਹ ਧੂੜੀ ਕਹਿੰਦੇ ਮੈਨੂੰ ਪ੍ਰਾਪਤ ਹੋ ਜਾਵੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਵਰ ਜੀ ਵਸ ਗਿਆ, ਜਿਨ੍ਹਾਂ ਦੇ ਮਨ ਦੇ ਵਿੱਚ ਵਸ ਗਿਆ, ਸਦੀਵੀ ਕਾਲ ਦੇ ਵਿੱਚ ਵਸ ਗਿਆ, ਫਿਰ ਉਹ ਨਿਕਲਦਾ ਨਹੀਂ। ਸੋ ਗੁਰਦੇਵ ਸੱਚੇ ਪਾਤਸ਼ਾਹ ਦੇ ਅਗੰਮੀ ਬਚਨ, ਇਤਿਹਾਸ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਮਹਾਰਾਜ ਨੇ ਅੱਜ ਦੇ ਦਿਨ ਬਖਸ਼ਿਸ਼ ਕੀਤੀ, ਤਾਂ ਉਹਨਾਂ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨਾਂ ਨੂੰ ਕਹਿਣ ਲੱਗਿਆਂ, ਬੋਲਦਿਆਂ ਹੋਇਆਂ, ਜੀਵਾ ਏਕ ਅਨੇਕ ਗੁਣ ਸੱਚੇ ਪਾਤਸ਼ਾਹ ਤੇਰੇ ਗੁਣ ਬੜੇ ਨੇ। ਇਸ ਜੀਭਾ ਦੇ ਨਾਲ ਬੋਲਦਿਆਂ ਬੇਅੰਤ ਬੇਅੰਤ ਭੁੱਲਾਂ, ਗਲਤੀਆਂ, ਤਰੁੱਟੀਆਂ ਹੋ ਜਾਂਦੀਆਂ ਨੇ। ਗੁਰਦੇਵ ਸੱਚੇ ਪਾਤਸ਼ਾਹ ਆਪਣੀ ਮਹਿਰਾਮਤ ਦਾ ਹੱਥ ਰੱਖਣ, ਕਿਰਪਾ ਕਰਨ। ਸੱਚੇ ਪਾਤਸ਼ਾਹ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਮੁੱਚੀਆਂ ਸੰਗਤਾਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਸੱਚੇ ਪਾਤਸ਼ਾਹ ਦੇ ਜੋ ਆਖਰੀ ਬਚਨ ਨੇ, ਉਹਨਾਂ ਨੂੰ ਆਖਰੀ 2 ਇਸ ਸ਼ਬਦ ਦੇ ਜਿਹੜੇ 2 ਬੋਲ ਨੇ ਉਹਨਾਂ ਨੂੰ ਸਰਵਣ ਕਰੋ ਅਤੇ ਸ਼ੁਭ ਗੁਣ ਸੱਚੇ ਪਾਤਸ਼ਾਹ ਦਇਆ ਮਿਆ ਦੇ ਨਾਲ, ਰਹਿਮਤ ਦੇ ਨਾਲ ਸਾਡੇ ਹਿਰਦੇ ਦੇ ਵਿੱਚ ਵਸਣ। ਪਿਆਰ ਸਹਿਤ ਆਖਰੀ ਬਚਨ ਜਿਹੜੇ ਉਹ ਸਰਵਣ ਕਰੋ ਜੀ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰ ਮਤ ਖੋਈ। ਤਿਨ ਕੀ ਤੂਰ ਨਾਨਕ ਦਾਸ ਪਾਛੈ, ਜਿਨ ਹਰ ਨਾਮ ਹਿਰਦੈ ਪਰੋਈ।
ਫਤਿਹ।